जी आए नूं प्यारे विद्यार्थियों 11th क्लास ਦੀ ਇੰਗਲਿਸ਼ ਦੀ ਬੁੱਕ ਅ ਪੈਨੋਰਾਮਾ ਆਫ ਲਾਈਫ ਉਸਦੇ ਸੈਕਸ਼ਨ A ਦਾ ਲੈਸਨ ਨੰਬਰ 10 ਨੋ ਟਾਈਮ ਫॉर ਫੀਅਰ। ਇਸ ਲੈਸਨ ਦੇ ਕੁਐਸਚਨ ਆਨਸਰਸ ਪਾਰਟ B ਅਰਥਾਤ ਲੌਂਗ ਆਨਸਰ ਟਾਈਪ ਕੁਐਸਚਨਸ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਬੱਚਿਓ 7 ਕੁਐਸਚਨਸ ਨੇ ਇਹਦੇ ਵਿੱਚ, ਉਹਨਾਂ ਦੇ ਆਨਸਰਸ ਤਿਆਰ ਕੀਤੇ ਨੇ ਤੁਹਾਡੇ ਲਈ। ਤੁਸੀਂ ਵੀਡੀਓ ਪੌਜ਼ ਕਰ ਕਰਕੇ ਸਾਰੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ। ਜਿਹੜੇ ਉਹਦੇ ਅਰਥ ਕੀਤੇ ਜਾਣਗੇ ਟਰਾਂਸਲੇਸ਼ਨ ਕੀਤੀ ਜਾਏਗੀ, ਉਹਨੂੰ ਧਿਆਨ ਦੇ ਨਾਲ ਸੁਣੋ। ਔਖੇ ਸ਼ਬਦਾਂ ਦੇ ਅਰਥਾਂ ਨੂੰ ਨਾਲ ਪੰਜਾਬੀ ਵਿੱਚ ਨੋਟ ਕਰ ਲਵੋ ਤੇ ਮਗਰੋਂ ਦੀ ਇਹਨਾਂ ਆਨਸਰਸ ਨੂੰ ਯਾਦ ਕਰਕੇ ਕੰਠ ਕਰਕੇ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਵੀ ਤੁਸੀਂ ਜ਼ਰੂਰ ਕਰੋ। 11th ਮੈਥ ਦੀ ਵੀ ਇੱਕ ਪਲੇਲਿਸਟ ਹੈ, ਸੋ ਜਿਹੜੇ ਬੱਚਿਆਂ ਕੋਲ ਮੈਥ ਹੈਗਾ ਉਹ ਵਾਲੀ ਪਲੇਲਿਸਟ ਦੇ ਵੀਡੀਓਜ਼ ਦੇਖ ਸਕਦੇ ਨੇ। ਸੋ ਆਓ ਸ਼ੁਰੂ ਕਰੀਏ। ਸੋ ਪਾਰਟ B ਕਹਿੰਦਾ ਹੈ ਕਿ ਆਨਸਰ ਦੀ ਫੋਲੋਇੰਗ ਕੁਐਸਚਨਸ ਇਨ 50 to 60 ਵਰਡਸ ਈਚ। 50 ਤੋਂ 60 ਸ਼ਬਦਾਂ ਦੇ ਵਿੱਚ ਅਸੀਂ ਇਹ ਜਿਹੜੇ ਆਨਸਰ ਨੇ ਤਿਆਰ ਕਰਨੇ ਨੇ, ਠੀਕ ਹੈ। ਸੋ ਪਹਿਲਾ ਹੈਗਾ ਹਾਊ ਡਿਡ ਦੀ ਗ੍ਰਿਜ਼ਲੀ ਇੰਜਰ ਮੈਲਕਮ। ਅਰਥਾਤ ਜੋ ਗ੍ਰਿਜ਼ਲੀ ਸੀ, ਜੋ ਰਿਚ ਸੀਗਾ, ਗ੍ਰਿਜ਼ਲੀ ਇੱਕ ਕਿਸਮ ਦਾ ਬੀਅਰ ਹੁੰਦਾ ਹੈ, ਬੀਅਰ ਮਨੇ ਰਿਚ। ਗ੍ਰਿਜ਼ਲੀ ਰਿਚ ਦੀ ਕਿਸਮ ਹੈ ਜੋ ਉੱਤਰੀ ਅਮਰੀਕਾ ਤੇ ਕੈਨੇਡਾ ਵਿੱਚ ਪਾਈ ਜਾਂਦੀ ਹੈ। ਇਹਦਾ ਸਾਈਜ਼ ਬਹੁਤ ਵੱਡਾ ਹੁੰਦਾ ਹੈ ਅਤੇ ਗੂੜੇ ਭੂਰੇ ਰੰਗ ਦਾ ਹੁੰਦਾ ਹੈ। ਕਹਿੰਦੇ ਗ੍ਰਿਜ਼ਲੀ ਨੇ ਮੈਲਕਮ ਨੂੰ ਕਿਸ ਢੰਗ ਨਾਲ ਫੱਟੜ ਕੀਤਾ। ਹਾਊ ਡਿਡ, ਸੋ ਡਿਡ ਹੈਗਾ ਭੂਤਕਾਲ ਹੈ। ਸੋ ਸਾਡੇ ਜਵਾਬ ਜਿਹੜੇ ਵਰਬ ਆਏਗੀ ਉਹ ਸਾਰਿਆਂ ਵਿੱਚ ਅਸੀਂ ਸੈਕਿੰਡ ਫਾਰਮ ਯੂਜ਼ ਕਰਾਂਗੇ, ਠੀਕ ਹੈ। ਸੋ ਦੀ ਗ੍ਰਿਜ਼ਲੀ ਹੈਡ ਬ੍ਰੋਕਨ ਮੈਲਕਮਸ ਰਿਸਟ। ਪਹਿਲੀ ਗੱਲ ਤਾਂ ਕਿ ਗ੍ਰਿਜ਼ਲੀ ਨੇ ਪਹਿਲਾਂ ਤੇ ਉਹਦਾ ਮੈਲਕਮ ਦੀ ਗੁੱਟ ਤੋੜ ਦਿੱਤਾ ਸੀਗਾ। ਜਦੋਂ ਉਹਨੇ ਉਹਦੇ ਚਾਕੂ ਨਾਲ ਹਮਲਾ ਕੀਤਾ ਤੇ ਉਹਨੇ ਆਪਣੇ ਸਿਰ ਵਗਾ ਕੇ ਮਾਰਿਆ ਪਿੱਛੇ ਤੇ ਮੈਲਕਮ ਡਿੱਗਿਆ ਤੇ ਨਾਲ ਉਹਦਾ ਗੁੱਟ ਟੁੱਟ ਗਿਆ। ਐਂਡ ਟੋਰਨ ਆਫ ਵਨ ਆਫ ਹਿਸ ਨੀ ਕੈਪਸ, ਤੇ ਉਹਦੀ ਜਿਹੜੀ ਗੋਡੇ ਦੀ ਇੱਕ ਚੱਪਣੀ ਹੈ ਉਹ ਵੀ ਉਹਨੇ ਪੁੱਟ ਕੇ ਰੱਖ ਦਿੱਤੀ ਸੀਗੀ। ਦੈਨ ਵਿਦ ਹਰ ਕਲੌਜ਼, ਕਲੌ ਹੁੰਦੇ ਨੇ ਪੰਜੇ, ਨੌਂਦਰੇ। ਫਿਰ ਆਪਣੇ ਨਿਉਂਦਰਾਂ ਦੇ ਨਾਲ ਸ਼ੀ ਟੁੱਕ ਆਫ ਹਿਸ ਹੇਅਰ ਇਨ ਵਨ ਪੀਸ। ਉਹਨੇ ਮੈਲਕਮ ਦੇ ਸਾਰੇ ਵਾਲ ਇੱਕੋ ਟੁਕੜੇ 'ਚ, ਇੱਕੋ ਗੁੱਛੇ 'ਚ ਹੀ ਲਾ ਕੇ ਰੱਖ ਦਿੱਤੇ। ਵਿਦ ਮੋਸਟ ਆਫ ਹਿਸ ਸਕੈਲਪ, ਸਕੈਲਪ ਹੁੰਦੀ ਖੋਪੜੀ, ਉਹਦੀ ਖੋਪੜੀ ਦੇ ਵੱਡੇ ਹਿੱਸੇ ਸਣੇ ਉਹਦੇ ਸਾਰੇ ਵਾਲ ਜਿਹੜੇ ਸੀਗੇ ਉਹਨੇ ਜੁਦਾ ਕਰ ਦਿੱਤੇ, ਮਤਲਬ ਖੋਪੜੀ ਦੇ ਨਾਲ ਹੀ ਉਹਦੇ ਵਾਲ ਲਾਤੇ। ਦੈਨ ਦੀ ਗ੍ਰਿਜ਼ਲੀ ਸਕਵੀਜ਼ਡ ਹਿਮ ਅਗੇਂਸਟ ਹਰ ਚੈਸਟ। ਹਰ ਕਿਉਂ ਗਿਆ? ਕਿਉਂਕਿ ਜਿਹੜੀ ਗ੍ਰਿਜ਼ਲੀ ਹੈ ਉਹ ਮੇਲ ਹੈਗੀ ਹੈ, ਮਦਰ ਗ੍ਰਿਜ਼ਲੀ ਹੈ, ਮਾਂ ਹੈਗੀ ਹੈ, ਠੀਕ ਹੈ। ਸੋ ਇਸ ਕਰਕੇ ਹਰ ਯੂਜ਼ ਕੀਤਾ। ਦੈਨ ਦੀ ਗ੍ਰਿਜ਼ਲੀ ਸਕਵੀਜ਼ਡ ਹਿਮ, ਸਕਵੀਜ਼ ਮੈਨੇ ਉਹਨੂੰ ਘੁੱਟਿਆ, ਆਪਣੇ ਬਾਹਾਂ 'ਚ ਫੜ ਕੇ ਇਦਾਂ ਉਹਨੇ ਘੁੱਟ ਕੇ, ਅਗੇਂਸਟ ਹਰ ਚੈਸਟ, ਆਪਣੀ ਛਾਤੀ ਦੇ ਨਾਲ ਜ਼ੋਰ ਨਾਲ ਘੁੱਟਿਆ। ਫਿਰ ਰੋਲਡ ਓਵਰ ਮੈਨੇ ਫਿਰ ਉਹ ਰਿਚ ਜਿਹੜਾ ਸੀ ਮੈਲਕਮ ਨੂੰ ਲਾ ਕੇ ਲਿਟਿਆ, ਇੱਦਾਂ ਗੋਲ ਜਿੱਦਾਂ ਲਿਟਦੇ ਨੇ ਬੰਦੇ, ਨਿਆਣੇ ਖੇਡਦੇ ਨੇ ਉੱਦਾਂ ਲਿਟੀ। ਐਂਡ ਔਨ ਸਟੋਪਿੰਗ, ਤੇ ਫਿਰ ਰੁਕ ਕੇ ਰੇਕਡ ਹਿਸ ਫੇਸ ਰਿਪੀਟਡਲੀ। ਰੇਕ ਹੁੰਦਾ ਬੱਚੋ ਜਿਹਦਾ ਦੰਦਾਲੀ ਨਹੀਂ ਹੁੰਦੀ, ਫੋੜਾ ਜਿਹੜਾ ਹੁੰਦਾ ਤਿੱਖੇ ਦੰਦਿਆਂ ਵਾਲਾ, ਜਿਹਨਾਂ ਅਸੀਂ ਇਹ ਤੂੜੀ ਇਕੱਠੀ ਕਰਦੇ ਹਾਂ, ਦੰਦਾਲੀ ਕਹਿ ਦਿੰਦੇ ਹਾਂ ਜਾਂ ਫੋੜਾ ਕਹਿ ਦਿੰਦੇ ਹਾਂ, ਜਿਹਦੇ 'ਚ ਤਿੱਖੇ ਦੰਦ ਹੁੰਦੇ ਨੇ। ਸੋ ਇਹ ਇੱਕ ਕਿਸਮ ਦਾ, ਜਿੱਦਾਂ ਉਹਦੇ ਜਿਹੜੇ ਪੰਜੇ ਨੇ ਉਹ ਰਿਛ ਦੇ, ਉਹ ਵੀ ਉਹਦੇ ਨੌਂਦਰੇ ਕਿੱਦਾਂ ਨੇ, ਉਹ ਦੰਦਾਲੀ ਵਰਗੇ ਨੇ, ਅਰਥਾਤ ਦੰਦਾਂ ਵਾਲਾ ਫੋੜਾ ਜਿਹੜਾ ਹੁੰਦਾ। ਤੇ ਉਹਦੇ ਨਾਲ ਉਹਦਾ ਬਾਰ ਰਿਪੀਟਡ ਉਹਦਾ ਫੇਸ ਜਿਹੜਾ ਸੀਗਾ, ਉਹਦਾ ਚਿਹਰਾ ਸੀ ਮੈਲਕਮ ਦਾ, ਉਹਨੂੰ ਉਹਨੇ ਖੁਰਚਿਆ ਆਪਣੇ ਪੰਜਿਆਂ ਦੇ ਨਾਲ। ਸਪਲਿਟਿੰਗ ਹਿਸ ਫੇਸ ਵਿਦ ਅ ਵਿਕਡ ਸਲੈਸ਼, ਸਪਲਿਟਿੰਗ ਮੈਨੇ ਚੀਰ ਕੇ ਰੱਖ ਦਿੱਤਾ, ਫਾੜ ਕੇ ਰੱਖ ਦਿੱਤਾ, ਟੋਟੇ ਕਰਤੇ। ਹਿਸ ਫੇਸ ਵਿਦ ਅ ਵਿਕਡ ਸਲੈਸ਼, ਸਲੈਸ਼ ਹੁੰਦਾ ਚੀਰ, ਬੜੇ ਖਤਰਨਾਕ, ਵਿਕਡ ਬੜੇ ਡਰਾਉਣੇ ਚੀਰੇ ਦੇ ਨਾਲ ਉਹਦਾ ਜਿਹੜਾ ਫੇਸ ਸੀਗਾ ਉਹਨੂੰ ਮਤਲਬ ਕਿ ਉਹਦੇ ਟੁਕੜੇ ਕਰਤੇ। ਮੈਲਕਮਸ ਫਰੰਟ ਟੀਥ ਵਰ ਗੋਨ, ਮੈਲਕਮ ਦੇ ਜਿਹੜੇ ਮੋਹਰਲੇ ਦੰਦ ਸੀਗੇ ਉਹ ਜਾ ਚੁੱਕੇ ਸੀਗੇ, ਮਤਲਬ ਕਿ ਉਹ ਵੀ ਟੁੱਟ ਗਏ ਸੀਗੇ। ਹਿਸ ਫੇਸ਼ੀਅਲ ਸਕਿਨ ਹੰਗ ਡਾਊਨ ਲੂਜ਼ਲੀ, ਉਹਦੀ ਜਿਹੜੀ ਚਿਹਰੇ ਦੀ ਚਮੜੀ ਸੀਗੀ ਉਹ ਢਿੱਲੀ ਜਿਹੀ ਹੋ ਕੇ ਥੱਲੇ ਲੰਕਦੀ ਪਈ ਸੀ, ਉਹ ਜੁਦਾ ਹੋ ਗਈ ਸੀਗੀ, ਉਖੜ ਗਈ ਸੀ। ਐਂਡ ਹੀ ਕੁਡ ਓਨਲੀ ਪਾਰਸ਼ਲੀ ਮੈਨੇ ਮਤਲਬ ਕਿ ਕੁਝ ਹਿੱਸੇ ਵਜੋਂ ਥੋੜਾ ਬਹੁਤ ਹੀ ਦੇਖ ਸਕਦਾ ਸੀ। ਆਊਟ ਆਫ ਵਨ ਆਈ, ਇੱਕ ਅੱਖ ਤੇ ਪੂਰੀ ਤਰ੍ਹਾਂ ਬੰਦ ਹੋ ਗਈ ਸੀ, ਦੂਜੀ ਅੱਖ ਵੀ ਜਿਹਦਾ ਖੂਨ ਖਾਣ ਦੇ ਨਾਲ ਉੱਥੇ ਜੰਮ ਗਿਆ, ਤੇ ਉਹ ਬਿਲਕੁਲ ਮਾੜਾ ਜਿਹਾ ਆਪਣੀ ਅੱਖ ਦੀ ਝਰੀ ਵਿੱਚੋਂ ਥੋੜਾ ਜਿਹਾ ਹੀ ਦੇਖ ਸਕਦਾ ਸੀ। ਸੋ ਇਸ ਢੰਗ ਦੇ ਨਾਲ ਗ੍ਰਿਜ਼ਲੀ ਨੇ ਮੈਲਕਮ ਨੂੰ ਫੱਟੜ ਕੀਤਾ, ਠੀਕ ਹੈ। ਐਸੀ ਪਹਿਲਾ ਕੁਐਸਚਨ। ਕੁਐਸਚਨ ਨੰਬਰ 2, ਡਿਸਕ੍ਰਾਈਬ ਇਨ ਬਰੀਫ। ਇਨ ਬਰੀਫ ਮੈਨੇ ਸੰਖੇਪ ਦੇ ਵਿੱਚ, ਡਿਸਕ੍ਰਾਈਬ ਮੈਨੇ ਵੇਰਵਾ ਦਿਓ, ਇਨ ਬਰੀਫ ਸੰਖੇਪ ਦੇ ਵਿੱਚ ਮੈਲਕਮਸ ਟ੍ਰੀਟਮੈਂਟ, ਮੈਲਕਮ ਦੇ ਇਲਾਜ ਦੀ। ਟ੍ਰੀਟਮੈਂਟ ਮੈਨੇ ਇਲਾਜ, ਏ ਹੈ ਮੈਲਕਮ ਦਾ ਇਲਾਜ। ਇਨ ਦੀ ਹਸਪੀਟਲ ਵਿੱਚ, ਆਫਟਰ ਦੀ ਅਟੈਕ ਆਫ ਦੀ ਗ੍ਰਿਜ਼ਲੀ, ਗ੍ਰਿਜ਼ਲੀ ਦੇ ਹਮਲੇ ਦੇ ਮਗਰੋਂ
ਹਸਪਤਾਲ ਵਿੱਚ ਹੋਏ ਮੈਲਕਮ ਦੇ ਇਲਾਜ ਦਾ ਸੰਖੇਪ ਚ ਵੇਰਵਾ ਦਿਵੋ। ਸੋ ਇਹਦਾ ਹਿੱਸਾ ਜਵਾਬ ਹੈ ਮੈਲਕਮ ਅੰਡਰਵੈਂਟ ਅ 7 ਆਵਰ ਐਮਰਜੈਂਸੀ ਆਪਰੇਸ਼ਨ। ਪਹਿਲੀ ਗੱਲ ਤੇ 7 ਘੰਟੇ ਦਾ ਆਪਾਤਕਾਲ ਜਿਹੜਾ ਐਮਰਜੈਂਸੀ ਦਾ ਆਪਰੇਸ਼ਨ ਜਿਹੜਾ ਹੈ ਮੈਲਕਮ ਨੂੰ ਉਹ ਚੋਂ ਲੰਘਣਾ ਪਿਆ। 7 ਘੰਟੇ ਆਪਰੇਸ਼ਨ ਚੱਲਿਆ। ਦੀ ਸਰਜਨ ਪੁੱਟ ਇਨ ਮੋਰ ਦੈਨ 1000 ਸਟਿਚਸ। ਸਟਿਚ ਹੁੰਦੇ ਟਾਂਕੇ। ਦੇਖੋ ਬੱਚੇ ਆਮ ਅਸੀਂ ਸੁਣੇ ਨੇ 10 ਟਾਂਕੇ ਲੱਗ ਗਏ, 12 ਟਾਂਕੇ ਲੱਗ ਗਏ, 13-14 ਟਾਂਕੇ ਲੱਗ ਗਏ, 20 ਟਾਂਕੇ ਲੱਗ ਗਏ, ਬੜੇ ਟਾਂਕੇ ਲੱਗ ਗਏ। ਦੀ ਸਰਜਨ ਪੁੱਟ ਇਨ ਮੋਰ ਦੈਨ 1000 ਸਟਿਚਸ। ਮੈਲਕਮ ਦੇ 1000 ਤੋਂ ਉੱਪਰ ਟਾਂਕੇ ਲੱਗੇ। ਹੀ ਆਲਸੋ ਅੰਡਰਵੈਂਟ 41 ਸਕਿਨ ਗ੍ਰਾਫਟ ਆਪਰੇਸ਼ਨਸ। ਹੁਣ ਸਕਿਨ ਗ੍ਰਾਫਟ ਕੀ ਹੁੰਦਾ ਬੱਚੋ? ਗ੍ਰਾਫਟ ਦਾ ਮਤਲਬ ਪਿਉਂਦ ਲਾਣੀ। ਅਸੀਂ ਸਾਰੇ ਦੇਖੋ ਜਾਣਦੇ ਹਾਂ ਪੰਜਾਬ 'ਚ ਬੱਚੇ ਜਿਹੜੇ ਖੇਤੀਬਾੜੀ ਨਾਲ ਜੁੜੇ ਨੇ, ਇੱਕ ਬੂਟੇ ਦੀ ਕਲਮ ਦੂਜੇ ਬੂਟੇ ਲਾ ਕੇ ਅਸੀਂ ਫਿਰ ਕੀ ਕਰਦੇ ਹਾਂ, ਉਹਨੂੰ ਕਹਿੰਦੇ ਪਿਉਂਦ ਲਾਤੀ। ਅਰਥਾਤ ਇੱਕੋ ਬੂਟੇ ਵਿੱਚ ਦੋ ਅਲੱਗ-ਅਲੱਗ ਕਿਸਮ ਦੇ ਬੂਟਿਆਂ ਦੀ ਜਣਸਾਂ ਨੂੰ ਉਗਾਉਣਾ। ਠੀਕ ਹੈ, ਉਹਨੂੰ ਕਹਿੰਦੇ ਗ੍ਰਾਫਟਿੰਗ। ਤੇ ਇਸੇ ਤਰ੍ਹਾਂ ਸਕਿਨ ਗ੍ਰਾਫਟ ਕਿਹੜੀ ਹੁੰਦੀ ਹੈ? ਸਕਿਨ ਗ੍ਰਾਫਟ ਹੁੰਦੀ ਹੈ ਕਿਸੇ ਹੋਰ ਅੰਗ ਤੋਂ ਚਮੜੀ ਲੈ ਕੇ, ਜਿਹੜਾ ਅੰਗ ਫੱਟੜ ਹੋ ਗਿਆ, ਜਿਹਦੀ ਚਮੜੀ ਜਾ ਚੁੱਕੀ ਹੈ, ਉਸ ਚਮੜੀ ਤੋਂ ਮਤਲਬ ਕਿ ਜਿਹੜਾ ਸਿਹਤਮੰਦ ਅੰਗ ਹੈ ਉਹਦੀ ਚਮੜੀ ਲਾ ਕੇ ਦੂਜੇ ਫੱਟੜ ਹੋਏ ਅੰਗ ਤੇ ਲਾਣੀ ਤੇ ਉਹਨੂੰ ਫਿਰ ਜੋੜਨਾ ਤਾਂ ਕਿ ਉਹ ਅੰਗ ਮੁੜ ਕੇ ਚਮੜੀ ਉਹਦੀ ਤਿਆਰ ਹੋ ਜਾਏ, ਚਮੜੀ ਉੱਥੇ ਉਗ ਜਾਵੇ। ਠੀਕ ਹੈ, ਸੋ ਇਦਾਂ ਦੇ 41 2-3 ਤੇ ਅਸੀਂ ਆਮ ਸੁਣਦੇ ਹਾਂ 41। ਦੀ ਸਰਜਨ ਪੁੱਟ ਇਨ ਹੀ ਆਲਸੋ ਅੰਡਰਵੈਂਟ 41 ਸਕਿਨ ਗ੍ਰਾਫਟ ਆਪਰੇਸ਼ਨਸ। ਅਰਥਾਤ ਉਹਦੇ ਸਰੀਰ ਦੇ ਵੱਖ-ਵੱਖ ਅੰਗਾਂ ਤੋਂ, ਬਾਹਾਂ ਤੋਂ, ਲੱਤਾਂ ਤੋਂ ਚਮੜੀ ਦੇ ਟੋਟੇ ਲੈ ਕੇ, ਚਮੜੀ ਛਿਲਕੇ ਲੈ ਕੇ 41 ਜਗ੍ਹਾ ਦੂਜੇ ਅੰਗਾਂ ਤੇ ਉਹਦੇ ਸਕਿਨ ਦੀ ਚਮੜੀ ਦੀ ਪਿਉਂਦ ਲਾਈ ਗਈ, ਚਮੜੀ ਲਾਈ ਗਈ। ਉਹਦੇ 41 ਆਪਰੇਸ਼ਨ ਹੋਏ। ਐਂਡ ਹੀ ਵਾਜ਼ ਅੰਡਰ ਹੈਵੀ ਸਿਡੇਸ਼ਨ ਫॉर ਮੈਨੀ ਡੇਜ਼। ਸਿਡੇਸ਼ਨ ਹੁੰਦਾ ਹੈ ਬੇਹੋਸ਼ੀ, ਤਾਂ ਕਿ ਦਰਦ ਨਾ ਹੋਵੇ, ਦਰਦ ਨਾਲ ਬੰਦੇ ਦਾ ਬੁਰਾ ਹਾਲ ਹੋ ਜਾਣਾ। ਸਿਡੇਟ ਹੁੰਦਾ ਹੈ ਦਵਾਈ ਦੇ ਕੇ ਬੇਹੋਸ਼ ਕਰਨਾ। ਸਿਡੇਸ਼ਨ ਹੁੰਦਾ ਹੈ ਦਵਾਈ ਦੇ ਕੇ ਬੇਹੋਸ਼ ਕੀਤੇ ਜਾਣ ਦੀ ਹਾਲਤ। ਸੋ ਹੀ ਵਾਜ਼ ਅੰਡਰ ਹੈਵੀ ਸਿਡੇਸ਼ਨ ਫॉर ਮੈਨੀ ਡੇਜ਼। ਅਤੇ ਉਹ ਬੜੇ ਦਿਨਾਂ ਲਈ ਦਵਾਈ ਦੇ ਵੱਲੋਂ ਪੈਦਾ ਕੀਤੀ ਗਈ ਬਹੁਤ ਜ਼ਿਆਦਾ ਬੇਹੋਸ਼ੀ ਵਿੱਚ ਕਾਫੀ ਦਿਨ ਰਿਹਾ। ਦੀ ਡਾਕਟਰਸ ਕੰਸਟਰਕਟਿਡ ਅ ਨੋਜ਼। ਡਾਕਟਰਾਂ ਨੂੰ ਉਹਦਾ ਨਵਾਂ ਨੱਕ ਤਿਆਰ ਕਰਨਾ ਪਿਆ। ਉਹਦਾ ਨੱਕ ਵੀ ਸਾਰਾ ਜਾ ਚੁੱਕਾ ਸੀ। ਫॉर ਹਿਮ ਫਰॉम ਹਿਜ਼ ਆਰਮ ਮਸਲ। ਉਹਦੀ ਬਾਂਹ ਦੇ ਪੱਠਿਆਂ ਤੋਂ, ਬਾਂਹ ਦੀ ਮਾਸਪੇਸ਼ੀਆਂ ਤੋਂ ਲੈ ਕੇ ਉਹਦਾ ਨੱਕ ਤਿਆਰ ਕੀਤਾ। ਦੇ ਆਲਸੋ ਗ੍ਰਾਫਟਿਡ ਸਕਿਨ ਫਰॉम ਹਿਜ਼ ਲੈਗ ਅਕ੍ਰੋਸ ਹਿਜ਼ ਫੇਸ। ਤੇ ਉਹਨਾਂ ਨੇ ਉਹਦੀ ਲੱਤ ਤੋਂ ਵੀ ਚਮੜੀ ਲੈ ਕੇ ਉਹਦੇ ਚਿਹਰੇ ਦੇ ਉੱਤੇ ਗ੍ਰਾਫਟਿੰਗ ਕੀਤੀ। ਅਕੋਰਡਿੰਗ ਟੂ ਵਨ ਡਾਕਟਰ, ਇੱਕ ਡਾਕਟਰ ਦੇ ਮੁਤਾਬਕ, ਰੀਸਟੋਰਿੰਗ ਮੈਲਕਮਸ ਫੇਸ। ਮੈਲਕਮ ਦੇ ਚਿਹਰੇ ਨੂੰ ਮੁੜ ਸੁਰਜੀਤ ਕਰਨਾ, ਮੁੜ ਤਿਆਰ ਕਰਨਾ ਵਾਜ਼ ਲਾਈਕ ਪੁਟਿੰਗ ਅ ਜਿਗਸॉ ਪਜ਼ਲ ਟੂਗੈਦਰ। ਇਹ ਇੱਕ ਨਿਆਣਿਆਂ ਦੀ ਜਿਹੜੀ ਖੇਡ ਹੁੰਦੀ ਹੈ ਜਿਗਸॉ ਪਜ਼ਲ, ਜਿਹ 'ਚ ਕਿਸੇ ਤਸਵੀਰ ਦੇ ਕਿਸੇ ਫੱਟੀ ਦੇ ਅਲੱਗ-ਅਲੱਗ ਟੋਟੇ ਹੁੰਦੇ ਨੇ, ਉਹਨਾਂ ਨੂੰ ਅਲੱਗ-ਅਲੱਗ ਜੋੜਨਾ ਪੈਂਦਾ ਤੇ ਮੁੜ ਕੇ ਉਹ ਤਸਵੀਰ ਨੂੰ ਪੂਰਾ ਤਿਆਰ ਕਰੀਦਾ, ਉਹਨੂੰ ਜਿਗਸॉ ਪਜ਼ਲ ਕਹਿੰਦੇ ਨੇ। ਕਹਿੰਦੇ ਮੈਲਕਮਸ ਫੇਸ ਉਹਦੇ ਉਹਨੂੰ ਰੀਸਟੋਰ ਕਰਨਾ, ਮੁੜ ਕੇ ਉਸ ਪਾਸੇ ਲੈ ਕੇ ਆਉਣਾ, ਇੱਕ ਜਿਗਸॉ ਪਜ਼ਲ ਜਿਹੜੀ ਬੁਝਾਰਤ ਹੁੰਦੀ ਹੈ ਉਹਨੂੰ ਹੱਲ ਕਰਨ ਦੇ ਵਾਂਗ ਸੀ। ਇਹ ਸੀ ਬੱਚਿਓ ਕੁਐਸਚਨ ਨੰਬਰ 2। ਹੁਣ ਆ ਗਿਆ ਕੁਐਸਚਨ ਨੰਬਰ 3। ਵਾਈ ਡਿਡ ਬਾਬ ਕੰਟੀਨਿਊ ਰਾਈਟਿੰਗ ਲੈਟਰਸ ਟੂ ਮੈਲਕਮ। ਅਰਥਾਤ ਬਾਰਬ ਨੇ ਮੈਲਕਮ ਨੂੰ ਚਿੱਠੀਆਂ ਲਿਖਣਾ ਜਾਰੀ ਕਿਉਂ ਰੱਖਿਆ? ਸੋ ਬਾਰਬ ਕੰਟੀਨਿਊਡ ਰਾਈਟਿੰਗ ਲੈਟਰਸ ਟੂ ਮੈਲਕਮ ਬਿਕੋਜ਼ ਸ਼ੀ ਟਰੂਲੀ ਲਵਡ ਹਿਮ। ਬਿਕੋਜ਼ ਉਹ ਉਹਨਾਂ ਸੱਚਾ ਪਿਆਰ ਕਰਦੀ ਸੀ। ਮੈਲਕਮ ਹੈਡ ਸੇਵਡ ਬਾਰਬ ਫਰॉम ਦੀ ਗ੍ਰਿਜ਼ਲੀ ਰਿਸਕਿੰਗ ਹਿਜ਼ ਲਾਈਫ। ਮੈਲਕਮ ਨੇ ਬਾਰਬ ਨੂੰ ਰਿੱਛ ਦੇ ਹਮਲੇ ਤੋਂ ਬਚਾਇਆ ਸੀ, ਆਪਣੀ ਜਾਨ ਨੂੰ ਖਤਰੇ 'ਚ ਪਾ ਕੇ। ਐਂਡ ਇਨ ਡੂਇੰਗ ਸੋ, ਤੇ ਇਦਾਂ ਕਰਦੇ ਹੋਏ, ਦੀ ਬੀਸਟ ਮੈਨੇ ਜਾਨਵਰ, ਜੰਗਲੀ ਜਾਨਵਰ ਅਰਥਾਤ ਰਿੱਛ ਨੇ ਸਿਵੀਅਰਲੀ ਇੰਜਰਡ ਹਿਮ, ਉਹਨੂੰ ਬੜੀ ਬੁਰੀ ਤਰ੍ਹਾਂ ਫੱਟੜ ਕਰਤਾ ਸੀ। ਐਂਡ ਡਿਸਫਿਗਰਡ ਹਿਜ਼ ਫੇਸ, ਅਤੇ ਉਹਦੇ ਚਿਹਰੇ ਦਾ ਰੰਗ ਰੂਪ ਵਿਗਾੜ ਕੇ ਰੱਖ ਦਿੱਤਾ ਸੀ। ਹਾਊਐਵਰ, ਪਰ ਬਾਰਬ ਡਿਡ ਨਾਟ ਕੇਅਰ ਅਬਾਊਟ ਥੀਸ ਸਕਾਰਸ। ਜਿਹੜੀ ਬਾਰਬ ਸੀਗੀ ਉਹਨੇ ਇਹਨਾਂ ਜ਼ਖਮਾਂ ਦੇ ਨਿਸ਼ਾਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਐਂਡ ਬਿਲੀਵਡ ਦੈਟ, ਅਤੇ ਉਹਨੂੰ ਇਸ ਗੱਲ ਦਾ ਯਕੀਨ ਸੀ, ਦੈਟ ਸਕਾਰਸ ਡਿਡ ਨਾਟ ਚੇਂਜ ਹਿਜ਼ ਪਰਸਨੈਲਿਟੀ, ਕਿ ਸਕਾਰਸ ਦੇ ਨਾਲ ਉਹਦਾ ਜਿਹੜਾ ਮਿੱਤਰ ਸੀ, ਉਹ ਮੈਲਕਮ ਸੀ, ਉਹਦੀ ਸ਼ਖਸੀਅਤ ਵਿੱਚ ਕੋਈ ਫਰਕ ਨਹੀਂ ਪਿਆ। ਸ਼ੀ ਵਾਜ਼ ਆਲਸੋ ਆਫ ਦੀ ਬਿਲੀਫ, ਉਹ ਇਸ ਭਰੋਸੇ ਵਿੱਚ ਵੀ, ਉਹ ਇਸ ਗੱਲ 'ਚ ਵੀ ਵਿਸ਼ਵਾਸ ਕਰਦੀ ਸੀ, ਦੈਟ ਹੈਂਡੀਕੈਪਸ ਆਰ ਪਾਰਟ ਆਫ ਲਾਈਫ। ਹੈਂਡੀਕੈਪਸ ਹੁੰਦੇ ਨੇ ਵੀ ਅੜਿੱਕੇ, ਮੁਸ਼ਕਲਾਂ, ਜੋ ਹੱਦਬੰਦੀਆਂ ਨੇ, ਜਿੱਦਾਂ ਕੋਈ ਅੰਗ ਬੰਦੇ ਦਾ ਮਾਰਿਆ ਗਿਆ, ਜਾਂ ਕੋਈ ਅੰਗ ਖਰਾਬ ਹੋ ਗਿਆ, ਜਾਂ ਕੋਈ ਅੰਗ ਫੱਟੜ ਹੋ ਗਿਆ, ਜਾਂ ਹੈਂਡੀਕੈਪ ਵੀ ਅੜਿੱਕੇ ਆ ਗਏ ਜ਼ਿੰਦਗੀ ਵਿੱਚ, ਕੋਈ ਜਿੱਦਾਂ ਸਮਰੱਥਾ ਵਿੱਚ ਕੋਈ ਤੋਟ ਆ ਗਈ ਹੈ, ਆਰ ਪਾਰਟ ਆਫ ਲਾਈਫ, ਇਹ ਇੱਕ ਜ਼ਿੰਦਗੀ ਦਾ ਹਿੱਸਾ ਨੇ। ਹਰ ਓਨੈਸਟ ਲਵ, ਉਹਦਾ ਜਿਹੜਾ ਇਹ ਸੱਚਾ ਪਿਆਰ ਸੀ, ਓਨੈਸਟ ਇਮਾਨਦਾਰੀ ਵਾਲਾ ਪਿਆਰ ਸੀ, ਦਿਲੋਂ ਪਿਆਰ ਸੀ ਫॉर ਮੈਲਕਮ, ਮੈਲਕਮ ਦੇ ਲਈ। ਪ੍ਰੋਮਪਟਡ ਹਰ, ਉਹਨੇ ਇਸ ਗੱਲ ਨੂੰ ਉਹਨੂੰ ਪ੍ਰੇਰਿਆ, ਨਾਟ ਟੂ ਗਿਵ ਅਪ, ਕਿ ਉਹ ਹਿੰਮਤ ਨਾ ਹਾਰੇ। ਅਰਥਾਤ ਜਿਹੜਾ ਆਪਣਾ ਮੈਲਕਮ ਹੈਗਾ, ਉਹਦੀ ਚਿੱਠੀਆਂ ਦਾ ਜਵਾਬ ਨਹੀਂ ਦੇ ਰਿਹਾ ਸੀਗਾ, ਉਸ ਗੱਲ ਤੋਂ ਪਰੇਸ਼ਾਨ ਨਾ ਹੋਵੇ। ਐਂਡ ਕੰਟੀਨਿਊ ਰਾਈਟਿੰਗ ਲੈਟਰਸ, ਤੇ ਉਹਨੂੰ ਚਿੱਠੀਆਂ ਲਿਖਦੀ ਰਵੇ। ਸੋ
ਉਹਦਾ ਜਿਹੜਾ ਦਿਲੋਂ ਪਿਆਰ ਸੀ ਮੈਲਕਮ ਦੇ ਨਾਲ, ਉਹ ਇਸ ਗੱਲ ਨੂੰ ਪ੍ਰੇਰਦਾ ਸੀਗਾ ਕਿ ਮੈਂ ਉਹਨੂੰ ਚਿੱਠੀਆਂ ਲਿਖੀ ਜਾਣੀਆਂ ਤੇ ਮੈਂ ਆਪਣੀ ਹਿੰਮਤ ਨਹੀਂ ਹਾਰਨੀ, ਤੇ ਮੈਂ ਜਿਹੜਾ ਮੈਲਕਮ ਦੇ ਨਾਲ ਹੀ ਆਪਣਾ ਜੀਵਨ ਗੁਜ਼ਾਰਨਾ ਹੈ। ਸੋ ਆਗੇ ਹੋ ਜਾਓ, ਕੁਐਸਚਨ ਨੰਬਰ 4, ਡਿਸਕ੍ਰਾਈਬ, ਵੇਰਵਾ ਦਵੋ ਇਨ ਬਰੀਫ, ਸੰਖੇਪ ਦੇ ਵਿੱਚ, ਬਾਰਬ ਐਂਡ ਮੈਲਕਮਸ ਮੀਟਿੰਗ ਇਨ ਦੀ ਹਸਪੀਟਲ। ਜੋ ਬਾਰਬ ਅਤੇ ਮੈਲਕਮ ਦੀ ਇਕੱਤਰਤਾ, ਜੋ ਉਹਨਾਂ ਦਾ ਮੇਲ ਹੋਇਆ ਹਸਪੀਟਲ ਦੇ ਵਿੱਚ, ਜਦੋਂ ਬਾਰਬ ਨੂੰ ਮਿਲਣ ਆਈ ਸੀ ਜੋ ਹਸਪੀਟਲ ਸੀ। ਸੋ ਇਹਦਾ ਇਸ ਤਰ੍ਹਾਂ ਵੇਰਵਾ, ਮੈਲਕਮ ਹੈਡ ਬੀਨ ਡਿਸਪੋਂਡੈਂਟ, ਡਿਸਪੋਂਡੈਂਟ ਦਾ ਮਤਲਬ ਹੁੰਦਾ ਹੋਪਲੈਸ, ਮਤਲਬ ਕਿ ਉਹ ਹਿੰਮਤ ਹਾਰ ਚੁੱਕਾ ਸੀਗਾ, ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕਾ ਸੀਗਾ, ਆਸ ਛੱਡ ਚੁੱਕਾ ਸੀਗਾ, ਲੋਕਾਂ ਤੋਂ, ਦੁਨੀਆ ਤੋਂ ਉਹਦਾ ਮੋਹ ਭੰਗ ਹੋ ਚੁੱਕਾ ਸੀਗਾ। ਸੋ ਮੈਲਕਮ ਹੈਡ ਬੀਨ ਡਿਸਪੋਂਡੈਂਟ ਆਫਟਰ ਹੀ ਹੈਡ ਅ ਲੁੱਕ ਐਟ ਹਿਮਸੈਲਫ ਇਨ ਦੀ ਹਸਪੀਟਲ ਬਾਥਰੂਮ ਮਿਰਰ। ਕਦੋਂ ਹੋਇਆ? ਜਦੋਂ ਉਹਨੇ ਹਸਪਤਾਲ ਦੇ ਬਾਥਰੂਮ ਦੇ ਸ਼ੀਸ਼ੇ ਵਿੱਚ ਪਹਿਲਾਂ ਆਪਣੀ ਸ਼ਕਲ ਦੇਖੀ ਫੱਟੜ ਹੋਏ ਦੀ ਤੇ ਠੀਕ ਹੁੰਦੇ ਦੀ ਵੀ ਮੇਰਾ ਕੀ ਹਾਲਤ ਵਿਗੜ ਗਈ ਹੈ, ਉਸ ਤੋਂ ਬਾਅਦ ਉਹ ਬਿਲਕੁਲ ਨਿਰਾਸ਼ ਹੋ ਗਿਆ ਸੀਗਾ। ਵਨ ਡੇ, ਇੱਕ ਦਿਨ, ਬਾਰਬ ਵਾਕਡ ਇਨਟੂ ਹਿਸ ਹਸਪੀਟਲ ਆਫਟਰ ਟਰੈਵਲਿੰਗ 1250 ਕਿਲੋਮੀਟਰ ਐਂਡ ਸਰਪ੍ਰਾਈਜ਼ ਮੈਲਕਮ। ਇੱਕ ਦਿਨ 1250 ਕਿਲੋਮੀਟਰ ਦਾ ਸਫ਼ਰ ਕਰਦੇ ਹੋਏ ਬਾਰਬ ਨੇ ਉਹਨੂੰ ਹੈਰਾਨ ਕਰ ਦਿੱਤਾ ਤੇ ਉਹਦੇ ਹਸਪੀਟਲ ਵਿੱਚ ਉਹਨੇ ਪ੍ਰਵੇਸ਼ ਕੀਤਾ। ਵਿਦ ਮੈਲਕਮ ਹੈਵੀਲੀ ਬੈਂਡੇਜਡ, ਮੈਲਕਮ ਜਿੱਥੇ ਪੂਰਾ ਤਰ੍ਹਾਂ ਪੱਟੀਆਂ ਵਿੱਚ ਲਿਪਟਿਆ ਹੋਇਆ ਸੀ ਪੂਰੀ ਤਰ੍ਹਾਂ, ਦੇ ਸਪੈਂਟ ਲੌਂਗ ਆਵਰਸ ਟੂਗੈਦਰ ਟਾਕਿੰਗ, ਉਹਨਾਂ ਨੇ ਬੜੇ ਕਿੰਨੇ ਲੰਬੇ ਘੰਟੇ ਬਹੁਤ ਦੇਰ ਇਕੱਠੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ। ਮੈਲਕਮ ਵਾਜ਼ ਸਟਬੋਰਨਲੀ ਅਲੂਫ, ਅਲੂਫ ਹੁੰਦਾ ਡਿਟੈਚਡ, ਵੀ ਉਹ ਗੱਲ 'ਚ ਰੁਚੀ ਇੰਨੀ ਨਹੀਂ ਦਿਖਾ ਰਿਹਾ ਸੀਗਾ, ਉਹ ਨਿਰਾਸ਼ ਜਿਹਾ ਸੀਗਾ, ਉਹਨੂੰ ਲੱਗ ਰਿਹਾ ਸੀ ਕਿ ਸ਼ਾਇਦ ਬਾਰਬ ਉਹਨੂੰ ਪਸੰਦ ਨਹੀਂ ਕਰੇਗੀ। ਅਲੂਫ ਮੈਨੇ ਬਿਲਕੁਲ ਇਕੱਲਾਪਨ, ਮਤਲਬ ਰੁਚੀ ਨਹੀਂ ਲੈ ਰਿਹਾ ਸੀ। ਸਟਬੋਰਨਲੀ ਮੈਨੇ ਬੜੀ ਅੜੀ ਕਰਕੇ, ਜਿੱਦ ਕਰਕੇ ਉਹ ਇਕੱਲਮ ਇਕੱਲਾ ਮਹਿਸੂਸ ਕਰਦਾ ਸੀ। ਬਟ ਹਰ ਪ੍ਰੈਜ਼ੈਂਸ, ਪਰ ਉਹਦੀ ਮੌਜੂਦਗੀ, ਹਰ ਮਨੇ ਬਾਰਬ ਦੀ ਮੌਜੂਦਗੀ ਨੇ, ਬਾਰਬ ਦੀ ਹਾਜ਼ਰੀ ਨੇ, ਰਿਮਾਈਂਡਡ ਹਿਮ, ਉਹਨੂੰ ਚੇਤੇ ਕਰਾਇਆ, ਅਬਾਊਟ ਦੀ ਗੁੱਡ ਟਾਈਮਸ, ਉਹ ਚੰਗੇ ਪਲ ਗੁਜ਼ਾਰੇ ਹੋਏ, ਹੀ ਹੈਡ ਸ਼ੇਅਰਡ ਵਿਦ ਹਰ, ਜਿਹੜੇ ਉਹਦੇ ਨਾਲ ਉਹਨੇ ਇਕੱਠੇ ਬਿਤਾਏ ਸੀ, ਉਹਨਾਂ ਸਾਂਝੇ ਕੀਤੇ ਸੀ, ਉਹ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਉਹਨੂੰ ਯਾਦ ਆਈਆਂ। ਹੀ ਥੌਟ ਦੈਟ, ਉਹਨੇ ਸੋਚਿਆ, ਪਰਹੈਪਸ ਸ਼ਾਇਦ, ਸ਼ੀ ਡਿਡ ਲਵ ਹਿਮ, ਉਹਨੂੰ ਇਹ ਵਿਸ਼ਵਾਸ ਵੀ, ਉਹਨੂੰ ਭਰੋਸਾ ਬਣਿਆ, ਉਹਨੂੰ ਲੱਗਾ ਕਿ ਬਾਰਬ ਵਾਕਈ ਉਹਨੂੰ ਹਾਲੇ ਵੀ ਸ਼ਾਇਦ ਪਿਆਰ ਕਰਦੀ ਸੀ। ਹੁਣ ਕੁਐਸਚਨ ਨੰਬਰ 5, ਬੱਚੇ ਨੂੰ ਇਹ ਦੋ ਰੂਪਾਂ ਵਿੱਚ ਕੀਤਾ ਤੁਹਾਡੇ ਲਈ, ਜਿਹੜੇ ਬੱਚੇ ਨੂੰ ਜਿਸ ਢੰਗ ਨਾਲ ਲੱਗੇ ਉਹਨੂੰ ਉਸ ਢੰਗ ਨਾਲ ਕਰ ਸਕਦਾ। ਇੱਕ ਅਸੀਂ ਟੈਕਸਟ ਵਿੱਚ ਸਿੱਧਾ ਪੈਰਾਗ੍ਰਾਫ ਦੀ ਫਾਰਮ 'ਚ ਕੀਤਾ ਤੇ ਦੂਜਾ ਸਵਾਲ ਜਿਹੜਾ ਦੂਜਾ ਜਵਾਬ ਹੈ ਅਸੀਂ ਪੁਆਇੰਟ ਵਾਈਜ਼ ਕੀਤਾ। ਸੋ ਵਟ ਅਵਾਰਡਸ ਵਰ ਗਿਵਨ ਟੂ ਮੈਲਕਮ ਫॉर ਹਿਸ ਬਰੇਵਰੀ, ਬਰੇਵਰੀ ਹੁੰਦੀ ਬਹਾਦਰੀ, ਉਹਦੀ ਬਹਾਦਰੀ ਲਈ ਮੈਲਕਮ ਨੂੰ ਕਿਹੜੇ ਇਨਾਮ ਦਿੱਤੇ ਗਏ? ਸੋ ਮੈਲਕਮ ਵਾਜ਼ ਗਿਵਨ, ਦਿੱਤਾ ਗਿਆ ਸੀ, ਬਾਏ ਦੀ ਰਾਇਲ ਹਿਊਮਨ ਸੁਸਾਇਟੀ, ਇਹ ਕੋਈ ਸੰਸਥਾ ਹੈ, ਬਾਏ ਦੀ ਰਾਇਲ ਹਿਊਮਨ ਸੁਸਾਇਟੀ ਲੰਡਨ ਵੱਲੋਂ, ਦੀ ਸਟੈਨ ਹੋਪ ਗੋਲਡ ਮੈਡਲ, ਇਹ ਨਾਮ ਹੈ ਗੋਲਡ ਮੈਡਲ ਦਾ, ਸਟੈਨ ਹੋਪ ਗੋਲਡ ਮੈਡਲ, ਫॉर ਪਰਫਾਰਮਿੰਗ ਦੀ ਬਰੇਵੈਸਟ ਡੀਡ, ਬਰੇਵੈਸਟ ਮੈਨੇ ਸਭ ਤੋਂ ਵੱਧ ਬਹਾਦਰੀ ਵਾਲਾ ਕਾਰਨਾਮਾ, ਡੀਡ ਮੈਨੇ ਕਾਰਨਾਮਾ, ਰਿਪੋਰਟਡ ਦੈਟ ਈਅਰ ਇਨ ਦਾ ਇੰਟਾਇਰ ਕਾਮਨਵੈਲਥ, ਸਾਰੀ ਕਾਮਨਵੈਲਥ ਵਿੱਚ ਉਸ ਸਾਲ ਵਿੱਚ ਸਭ ਤੋਂ ਵੱਡਾ ਬਹਾਦਰੀ ਵਾਲਾ ਕਾਰਨਾਮਾ ਸੀ। ਹੁਣ ਬੱਚੇ ਕਾਮਨਵੈਲਥ ਕੀ ਹੁੰਦਾ? ਸੀ ਇਹ ਦੇਖੋ ਵੱਡਾ, ਕਾਮਨਵੈਲਥ ਉਹ ਦੇਸ਼ਾਂ ਦਾ ਸਮੂਹ ਹੈ ਜਿਹਦੇ ਵਿੱਚ ਯੂਕੇ ਵੀ ਆ ਜਾਂਦਾ ਹੈ ਤੇ ਉਹ ਦੇਸ਼ ਆ ਜਾਂਦੇ ਨੇ ਜਿਹੜੇ ਅੱਜ ਆਜ਼ਾਦ ਹੋ ਗਏ ਨੇ ਪਰ ਕਿਸੇ ਟਾਈਮ ਉਹ ਬ੍ਰਿਟਿਸ਼ ਰਾਜ ਦੇ ਅਧੀਨ ਸੀਗੇ, ਬ੍ਰਿਟਿਸ਼ ਕਲੋਨੀਆਂ ਸੀਗੀਆਂ, ਜਿੱਦਾਂ ਇੰਡੀਆ ਵਿੱਚ ਹੀ ਆ ਜਾਂਦਾ, ਪਾਕਿਸਤਾਨ, ਆਪਣਾ ਬੰਗਲਾਦੇਸ਼, ਸ਼੍ਰੀਲੰਕਾ, ਜ਼ਿੰਬਾਬਵੇ, ਜਿਹੜੇ ਕੈਨੇਡਾ ਵੀ ਹੈ ਵਿੱਚ, ਆਸਟ੍ਰੇਲੀਆ ਵੀ ਹੈਗਾ, ਨਿਊਜ਼ੀਲੈਂਡ, ਜਿਹੜੇ ਦੇਸ਼ਾਂ ਵਿੱਚ ਬ੍ਰਿਟਿਸ਼ ਲੋਕਾਂ ਨੇ ਰਾਜ ਕੀਤਾ ਹੈ ਪਰ ਉਹ ਦੇਸ਼ ਹੁਣ ਆਜ਼ਾਦ ਹੋ ਗਏ ਨੇ, ਉਹ ਸਾਰੇ ਦੇਸ਼ਾਂ ਦੇ ਸਮੂਹ ਨੂੰ ਸਾਂਝੇ ਤੌਰ ਤੇ ਕਾਮਨਵੈਲਥ ਕਿਹਾ ਜਾਂਦਾ ਹੈ। ਸੋ ਪੂਰੇ ਸਾਰੇ ਦੇਸ਼ਾਂ ਵਿੱਚ ਉਸ ਸਾਲ ਦਾ ਸਭ ਤੋਂ ਵੱਧ ਬਹਾਦਰੀ ਵਾਲਾ ਇਨਾਮ ਜਿਹੜਾ ਸੀਗਾ ਉਹ ਮੈਲਕਮ ਨੂੰ ਦਿੱਤਾ ਗਿਆ। ਦੂਜਾ, ਹੀ ਵਾਜ਼ ਆਲਸੋ ਗਿਵਨ ਦੀ ਗੋਲਡ ਮੈਡਲ ਫॉर ਬਰੇਵਰੀ ਬਾਈ ਦੀ ਰਾਇਲ ਕੈਨੇਡੀਅਨ ਹਿਊਮਨ ਐਸੋਸੀਏਸ਼ਨ, ਸੋ ਇਹ ਦੂਜੀ ਸੰਸਥਾ ਕੈਨੇਡਾ ਦੀ ਰਾਇਲ ਕੈਨੇਡੀਅਨ ਹਿਊਮਨ ਐਸੋਸੀਏਸ਼ਨ ਨੂੰ ਗੋਲਡ ਮੈਡਲ ਦਿੱਤਾ ਬਹਾਦਰੀ ਲਈ, ਐਂਡ ਦੀ ਕਾਰਨੇਜ ਮੈਡਲ, ਤੇ ਕਾਰਨੇਜ ਮੈਡਲ ਵੀ ਮਿਲਿਆ ਉਹਨੂੰ ਫॉर ਹੀਰੋਇਜ਼ਮ, ਮੈਨੇ ਦਲੇਰੀ ਵਾਸਤੇ, ਹੀਰੋ ਵਰਗੇ ਕੰਮ ਕਰਨ ਵਾਸਤੇ, ਬਾਈ ਦੀ ਕਾਰਨੇਜ ਹੀਰੋ ਫੰਡ ਕਮਿਸ਼ਨ, ਮਤਲਬ ਕਿ ਇਹ ਕਾਰਨੇਜ ਹੀਰੋ ਫੰਡ ਕਮਿਸ਼ਨ ਕੋਈ ਤੀਜੀ ਸੰਸਥਾ ਹੈ, ਉਹਦੇ ਵੱਲੋਂ ਵੀ ਇਨਾਮ ਦਿੱਤਾ ਗਿਆ। ਠੀਕ ਹੈ, ਹੁਣ ਇਸੀ ਸਵਾਲ ਨੂੰ ਅਸੀਂ ਇੱਦਾਂ ਵੀ ਲਿਖ ਸਕਦੇ ਹਾਂ, ਇਹਦਾ ਪੁਆਇੰਟ ਵਾਈਜ਼, ਮੈਲਕਮ ਵਾਜ਼ ਗਿਵਨ ਫॉलोइंग ਅਵਾਰਡਸ ਫॉर ਹਿਸ ਬਰੇਵਰੀ, ਮੈਲਕਮ ਨੂੰ ਹੇਠ ਲਿਖੇ ਇਨਾਮ ਉਹਦੀ ਬਹਾਦਰੀ ਲਈ ਦਿੱਤੇ ਗਏ। ਸੋ ਪਹਿਲਾ ਸਟੈਨ ਆਫ ਗੋਲਡ ਮੈਡਲ ਬਾਈ ਰਾਇਲ ਹਿਊਮਨ ਸੁਸਾਇਟੀ ਲੰਡਨ, ਇੱਦਾਂ ਕਰਕੇ ਲਿਖ ਦਿਓ, ਫਿਰ ਗੋਲਡ ਮੈਡਲ ਬਾਈ ਦ ਰਾਇਲ ਕੈਨੇਡੀਅਨ ਸੁਸਾਇਟੀ, ਇੱਦਾਂ ਕਰ ਦਿਓ, ਫਿਰ ਇੱਦਾਂ ਬੱਚਿਓ ਕਈ ਵਾਰ ਲਿਖਣਾ ਵੀ ਸੌਖਾ ਹੈ ਤੇ ਯਾਦ ਕਰਨਾ ਵੀ ਸੌਖਾ ਹੈ। ਸੋ ਜਿਹੜੇ ਵਿਦਿਆਰਥੀਆਂ ਨੂੰ ਜਿਸ ਢੰਗ ਨਾਲ ਚੰਗਾ ਲੱਗੇ ਉਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ। ਕੁਐਸਚਨ ਨੰਬਰ 6, ਰਾਈਟ ਅ ਪੈਰਾਗ੍ਰਾਫ ਔਨ ਟਰੂ ਲਵ ਨੋਜ਼ ਨੋ ਬੈਰੀਅਰਸ, ਅਰਥਾਤ ਸੱਚਾ ਪਿਆਰ ਜਿਹੜਾ ਹੈ
वो कोई हदबंदियां नहीं होंगी। सो ट्रू लव इज अ यूनियन ऑफ सोल्स, अर्थात जो सच्चा प्यार है वो आत्मावां का मिलाप है। इट इज़ प्योर, पवित्र है, एंड होली पॉजिटिव, ਅਤੇ ਪੂਰਨ ਤੌਰ ਤੇ ਇਹ ਉਸਾਰੂ ਸੋਚ ਵਾਲਾ ਹੈ। ਐਂਡ ਨਾਟ ਮੇਅਰਲੀ ਬੇਸਡ ਔਨ ਫੀਲਿੰਗਸ ਔਰ ਲਸਟ, ਤੇ ਇਹ ਸਿਰਫ ਵਾਸ਼ਨਾਵਾਂ, ਕਾਮ ਵਾਸ਼ਨਾਵਾਂ ਦੇ ਫੀਲਿੰਗਸ ਦੇ ਉੱਤੇ ਆਧਾਰਿਤ ਨਹੀਂ ਹੁੰਦਾ। ਇਟ ਇਜ਼ ਲਾਸਟਿੰਗ ਅਫੈਕਸ਼ਨ, ਇਹ ਸਦਾ ਟਿਕੇ ਰਹਿਣ ਵਾਲਾ ਪਿਆਰ ਹੈ। ਐਂਡ ਹੈਲਪਸ ਇਨ ਡਿਵੈਲਪਿੰਗ ਅ ਪੈਸ਼ਨੇਟ ਐਂਡ ਫੁਲਫਿਲਿੰਗ ਰਿਲੇਸ਼ਨਸ਼ਿਪ, ਅਤੇ ਇਹ ਇੱਕ ਬੜੀ ਜਜ਼ਬੇ ਭਰਪੂਰ ਅਤੇ ਇੱਕ ਫੁਲਫਿਲਿੰਗ ਤਸੱਲੀ ਦੇਣ ਵਾਲੇ ਸੰਬੰਧ ਜੋ ਰਿਸ਼ਤਾ ਹੈ ਉਹਨੂੰ ਵਿਕਸਿਤ ਕਰਨ ਵਿੱਚ ਹੈ ਸਹਾਈ ਹੁੰਦਾ ਹੈ ਸੱਚਾ ਪਿਆਰ। ਦੀ ਬਿਊਟੀ ਆਫ ਟਰੂ ਲਵ ਨੀਡਸ ਨੋ ਐਡੋਰਨਮੈਂਟ, ਐਡੋਰਨਮੈਂਟ ਹੁੰਦਾ ਸ਼ਿੰਗਾਰ। ਦੀ ਬਿਊਟੀ ਮੈਨੇ ਸੁਹੱਪਣ, ਜਿਹੜੇ ਸੱਚੇ ਪਿਆਰ ਦਾ ਸੁਹੱਪਣ ਹੁੰਦਾ ਹੈ ਉਹਨੂੰ ਕਿਸੇ ਸ਼ਿੰਗਾਰ ਦੀ ਲੋੜ ਨਹੀਂ ਪੈਂਦੀ। ਐਂਡ ਇਟਸ ਸਟਰੈਂਥ ਇਜ਼ ਅਨਬ੍ਰੇਕੇਬਲ, ਤੇ ਇਹਦੀ ਜਿਹੜੀ ਤਾਕਤ ਹੈ ਉਹ ਨਾ ਟੁੱਟਣਯੋਗ ਹੈ, ਅਰਥਾਤ ਇਸ ਦੀ ਤਾਕਤ ਨੂੰ ਤੋੜਿਆ ਨਹੀਂ ਜਾ ਸਕਦਾ। ਅਨਕੰਡੀਸ਼ਨਲ ਕੇਅਰ, ਬਿਨਾਂ ਸ਼ਰਤ ਤੋਂ ਇੱਕ ਦੂਜੇ ਦੀ ਸੇਵਾ ਸੰਭਾਲ। ਅਨਕੰਡੀਸ਼ਨਲ ਮੈਨੇ ਬਿਨਾਂ ਸ਼ਰਤ ਤੋਂ, ਆਮ ਤੌਰ ਤੇ ਕਹਿੰਦੇ ਵੀ ਤੂੰ ਮੇਰੇ ਲਈ ਇਹ ਕਰ ਤੇ ਫਿਰ ਮੈਂ ਤੇਰੇ ਲਈ ਇਹ ਕਰਾਂਗਾ, ਨਹੀਂ, ਅਨਕੰਡੀਸ਼ਨਲ, ਬਿਨਾਂ ਕਿਸੇ ਨਿਸਵਾਰਥ ਹੋ ਕੇ ਕੇਅਰ ਮੈਨੇ ਦੂਜੇ ਦੀ ਪਰਵਾਹ ਕਰਨੀ। ਐਂਡ ਕੰਪਲੀਟ ਐਕਸੈਪਟੈਂਸ, ਸੰਪੂਰਨ ਤੌਰ ਤੇ ਪ੍ਰਵਾਨਗੀ ਆਫ ਈਚ ਅਦਰ, ਇੱਕ ਦੂਜੇ ਦੀ ਆਰ ਅ ਮਸਟ। ਇਹ ਸਭ ਤੋਂ ਅਤ ਜ਼ਰੂਰੀ ਚੀਜ਼ ਨੇ ਟਰੂ ਲਵ ਵਿੱਚ। ਟਰੂ ਲਵ ਇਜ਼ ਨਾਟ ਅਫੈਕਟਡ ਬਾਈ ਅਪਸ ਐਂਡ ਡਾਊਨਸ ਇਨ ਵਨਸ ਲਾਈਫ, ਜਿਹੜਾ ਸੱਚਾ ਪਿਆਰ ਹੈ ਉਹ ਜ਼ਿੰਦਗੀ ਵਿੱਚ ਆਏ ਉਤਾਰਾਂ ਚੜਾਵਾਂ ਦੇ ਨਾਲ ਇਹ 'ਤੇ ਕੋਈ ਅਸਰ ਨਹੀਂ ਪੈਂਦਾ। ਉਹ ਕਨਵਿਕਸ਼ਨ ਹੁੰਦਾ ਬੜਾ ਪੂਰਨ ਭਰੋਸਾ, ਪੱਕਾ ਵਿਸ਼ਵਾਸ। ਕਨਵਿਕਸ਼ਨ ਦੈਟ ਸਕਾਰਸ ਡੂ ਨਾਟ ਚੇਂਜ ਅ ਪਰਸਨ ਹੈਲਪਸ ਬਿਲਡ ਟਰੂ ਲਵ, ਕਹਿੰਦੇ ਇਹ ਵਿਸ਼ਵਾਸ, ਇਹ ਭਰੋਸਾ ਕਿ ਜਿਹੜੇ ਝੁਰੜੀਆਂ ਨੇ ਜਾਂ ਜ਼ਖਮਾਂ ਦੇ ਨਿਸ਼ਾਨ ਨੇ ਜਾਂ ਕੋਈ ਚਿਹਰੇ 'ਤੇ ਕੋਈ ਹੋਰ ਭੈੜਾ ਨਿਸ਼ਾਨ ਆ ਗਿਆ, ਅਰਥਾਤ ਜਿਹੜਾ ਸਰੀਰ ਰੰਗ ਰੂਪ ਦਾ ਜਿਹੜੀ ਆਪਣੀ ਕੁਰੂਪਤਾ ਹੈ ਉਹ ਬੰਦੇ ਨੂੰ ਨਹੀਂ ਬਦਲਦੀ, ਅਰਥਾਤ ਮਤਲਬ ਸੂਰਤ ਨਹੀਂ ਸੀਰਤ ਦੇਖਣੀ ਚਾਹੀਦੀ ਹੈ, ਅਰਥਾਤ ਕਰੈਕਟਰ ਦੇਖਣਾ ਚਾਹੀਦਾ। ਅੰਦਰ ਬੰਦੇ ਦਾ ਆਤਮਾ ਜਿਹੜੀ ਅੰਦਰਲਾ ਜਿਹੜਾ ਹੈ ਉਹ ਅੰਦਰਲਾ ਕਿੰਨਾ ਸੋਹਣਾ ਹੈ, ਅੰਦਰਲੇ ਰੂਪ ਨੂੰ ਦੇਖਣਾ ਚਾਹੀਦਾ। ਉਹ ਜਿਹੜੀ ਹੈ ਇਹ ਸੋਚ ਹੈ ਕਿ ਸੂਰਤ ਨਾਲੋਂ ਸੀਰਤ ਜਿਹੜੀ ਹੈ ਉਹ ਜ਼ਿਆਦਾ ਮਹਾਨ ਹੈਗੀ ਹੈ, ਉਹਦੀ ਜ਼ਿਆਦਾ ਕੀਮਤ ਹੁੰਦੀ ਹੈ, ਗੁਣਾਂ ਦੀ ਜ਼ਿਆਦਾ ਕੀਮਤ ਹੁੰਦੀ ਹੈ। ਜਿੱਦਾਂ ਆਮ ਅਸੀਂ ਪੰਜਾਬੀ 'ਚ ਇੱਕ ਮੁਹਾਵਰਾ ਕਹਿ ਦਿੰਦੇ ਵੀ ਚੰਮ ਨਹੀਂ ਪਿਆਰਾ ਕੰਮ ਪਿਆਰਾ ਹੈ। ਵੀ ਚੰਗੇ ਸੋਹਣੀ ਚਮੜੀ ਨੂੰ ਕੀ ਕਰਨਾ, ਜੇ ਬੰਦਾ ਨਫੈਤੜ ਹੈਗਾ, ਆਲਸੀ ਹੈਗਾ, ਬੇਈਮਾਨ ਹੈਗਾ, ਧੋਖੇਬਾਜ਼ ਹੈਗਾ, ਤੇ ਇਹੋ ਜਿਹੇ ਗੋਰੇ ਰੰਗ ਨੂੰ ਕੀ ਕਰਨਾ ਹੈ ਨਾ। ਜਿਹਨੂੰ ਅਸੀਂ ਆਮ ਕਹਿੰਦੇ ਵੀ ਚੰਮ ਨਹੀਂ ਪਿਆਰਾ ਕੰਮ ਪਿਆਰਾ, ਵੀ ਬੰਦੇ ਦੇ ਕੰਮ ਕਿੱਦਾਂ ਦੇ ਨੇ ਉਹਦੇ ਹਿਸਾਬ ਨਾਲ। ਸੋ ਇਹ ਕਨਵਿਕਸ਼ਨ ਦੈਟ ਸਕਾਰਸ ਡੂ ਨਾਟ ਚੇਂਜ ਅ ਪਰਸਨ ਹੈਲਪਸ ਬਿਲਡ ਟਰੂ ਲਵ, ਇਹ ਸੱਚੇ ਪਿਆਰ ਨੂੰ ਮਣੀ ਖੜਾ ਕਰਨ ਵਿੱਚ ਇਹ ਵਿਸ਼ਵਾਸ ਜਿਹੜਾ ਹੈ ਸਹਾਈ ਹੁੰਦਾ ਹੈ। ਹੁਣ ਆਖਰੀ ਕੁਐਸਚਨ, ਰਾਈਟ ਅ ਨੋਟ ਔਨ ਮੈਲਕਮਸ ਇਨਕਾਊਂਟਰ। ਇਨਕਾਊਂਟਰ ਮੈਨੇ ਟਾਕਰਾ ਵਿਦ ਦੀ ਗ੍ਰਿਜ਼ਲੀ, ਮਤਲਬ ਕਿ ਇੱਕ ਮੈਲਕਮ ਦਾ ਜੋ ਗ੍ਰਿਜ਼ਲੀ ਨਾਲ ਟਾਕਰਾ ਹੋਇਆ ਉਹਦੇ ਬਾਰੇ ਇੱਕ ਨੋਟ ਲਿਖੋ। ਸੋ ਮੈਲਕਮ ਐਂਡ ਬਾਰਬ ਇਨਕਾਊਂਟਰਡ ਦੀ ਗ੍ਰਿਜ਼ਲੀ ਔਨ ਦੇਅਰ ਵੇ ਡਾਊਨ। ਵੇ ਡਾਊਨ ਜਦੋਂ ਪਹਾੜੀ ਜਿਹੜੀ ਸੈਰ ਸੀ ਉਹ ਤੋਂ ਜਦੋਂ ਥੱਲੇ ਆ ਰਹੇ ਸੀਗੇ ਤਦ ਉਹਨਾਂ ਦਾ ਉਹਦੇ ਨਾਲ ਗ੍ਰਿਜ਼ਲੀ ਨਾਲ ਟਾਕਰਾ ਹੋਇਆ। ਦੀ ਗ੍ਰਿਜ਼ਲੀ ਕੇਮ ਚਾਰਜਿੰਗ ਫਰੋਮ ਬਿਹਾਈਂਡ ਦਾ ਬੁਸ਼ਿਸ, ਝਾੜੀਆਂ ਦੇ ਪਿੱਛੋਂ ਦੀ ਗ੍ਰਿਜ਼ਲੀ ਜਿਹੜੀ ਸੀ ਉਹ ਹਮਲਾਵਰ ਹੋ ਕੇ ਆਈ। ਕੇਮ ਚਾਰਜਿੰਗ ਮੈਨੇ ਹਮਲਾ ਕਰਨ ਦੇ ਤਾਂਗ ਦੇ ਨਾਲ, ਹਮਲਾ ਕਰਨ ਦੀ ਚਾਹਤ ਦੇ ਨਾਲ ਆਈ। ਰੋਰਿੰਗ ਗਰਜਦੇ ਹੋਏ, ਐਂਡ ਗਰੰਟਿੰਗ ਘੁਰਕਦੇ ਹੋਏ ਅਤੇ ਗਰਜਦੇ ਹੋਏ। ਵਿਦ ਫੋਮ ਡਰੂਲਿੰਗ ਫਰੋਮ ਇਟਸ ਮਾਊਥ, ਡਰੂਲ ਹੁੰਦਾ ਬੱਚੋ ਲਾਰ ਦਾ ਟਪਕਣਾ, ਫੋਮ ਮੈਨੇ ਝੱਗ ਦੇ, ਝੱਗ ਜੀ ਵਰਗੀ ਲਾਰ ਜਿਹੜੀ ਹੈ ਉਹਦੇ ਮੂੰਹ ਚੋਂ ਟਪਕਦੀ ਪਈ ਸੀ, ਚੋਰੀ ਸੀ ਰਿਛ ਦੇ ਮੂੰਹ ਚੋਂ। ਮੈਲਕਮ ਡਕਟ, ਮੈਲਕਮ ਝੁਕਿਆ ਕਿ ਉਹਨੇ ਚਾਰਜ ਕੀਤਾ ਨਾ, ਉਹਨੇ ਪਾਉਂਸ ਕੀਤਾ, ਛਾਲ ਮਾਰੀ। ਮੈਲਕਮ ਡਕਟ, ਮੈਲਕਮ ਨੇ ਚੁੱਭੀ ਮਾਰੀ, ਥੱਲੇ ਨੂੰ ਝੁਕਿਆ। ਬਟ ਅ ਸਵੈਟ ਹੁੰਦਾ ਥੱਪੜ, ਆਫ ਦੀ ਗ੍ਰਿਜ਼ਲੀਜ਼ ਪਾ, ਪੰਜਾ, ਪਰ ਗ੍ਰਿਜ਼ਲੀ ਦੇ ਪੰਜੇ ਦੇ ਇੱਕ ਥੱਪੜ ਨੇ ਨੌਕਡ ਹਿਮ ਸੈਂਸਲੈਸ, ਨੌਕਡ ਹਿਮ ਮਤਲਬ ਥੱਲੇ ਸੱਟ ਕੇ ਰੱਖਤਾ ਬੇਹੋਸ਼ ਕਰਕੇ, ਸੈਂਸਲੈਸ ਮਤਲਬ ਕਿ ਉਹਦੇ ਇੱਕਦਮ ਹੋਸ਼ ਉੱਡ ਗਏ। ਵੈਨ ਹੀ ਰੋਜ਼, ਜਦੋਂ ਉੱਠਿਆ, ਹੀ ਸੌ ਦੀ ਬੀਸਟ ਗਨੋਇੰਗ ਨੀਅਰ ਦੀ ਬੈਕ ਆਫ ਬਾਬਸ ਨੈਕ, ਉਹਨੇ ਦੇਖਿਆ ਕਿ ਗਨੋਆ ਹੁੰਦਾ ਬੱਚਿਓ, ਗਨੋਇੰਗ ਹੁੰਦਾ ਕੁਰਕਣਾ, ਮਤਲਬ ਕਿ ਜਿੱਦਾਂ ਖੁਰਚਣਾ ਕਹਿ ਲਓ ਜਾਂ ਕੁਰਕਣਾ ਜਾਂ ਕੁਤਰਨਾ ਕਹਿਣਾ, ਕੁਤਰ ਕੇ ਖਾਣਾ। ਉਹਨੇ ਦੇਖਿਆ ਵੀ ਉਹਦੀ ਨੈਕ ਦੇ ਪਿੱਛੇ ਬਾਰਬ ਦਾ ਮਾਸ ਜਿਹੜਾ ਬੀਸਟ ਜਾਨਵਰ ਖਾ ਰਿਹਾ, ਨੀਅਰ ਦੀ ਬੈਕ ਆਫ ਦੀ ਬਾਬਸ ਨੈਕ। ਮੈਲਕਮ ਇਮੀਡੀਏਟਲੀ ਅਟੈਕ ਦਾ ਗ੍ਰਿਜ਼ਲੀ, ਮੈਲਕਮ ਨੇ ਇੱਕੋ ਦਮ ਗ੍ਰਿਜ਼ਲੀ ਤੇ ਹਮਲਾ ਕੀਤਾ ਵਿਦ ਹਿਜ਼ ਹੰਟਿੰਗ ਨਾਈਫ, ਆਪਣੇ ਸ਼ਿਕਾਰ ਖੇਡਣ ਵਾਲੇ ਚਾਕੂ ਦੇ ਨਾਲ, ਟੂ ਸੇਵ ਹਿਜ਼ ਫਰੈਂਡ, ਆਪਣੇ ਦੋਸਤ ਨੂੰ ਬਚਾਉਣ ਲਈ। ਐਜ਼ ਦੀ ਬੀਅਰਸ ਵਾਰਮ ਬਲੱਡ ਸਪਰਟਡ, ਸਪਰਟ ਹੁੰਦਾ ਫੁਹਾਰੇ ਵਾਂਗੂ ਬਾਹਰ ਆਉਣਾ, ਜਿਵੇਂ ਜਿੱਦਾਂ ਕਿ ਉਹ ਰਿਛ ਜਿਹੜਾ ਸੀਗਾ ਗ੍ਰਿਜ਼ਲੀ ਦਾ, ਵਾਰਮ ਮਨੇ ਨਿੱਘਾ, ਖੂਨ ਫੁਹਾਰੇ ਵਾਂਗੂ ਬਾਹਰ ਫੁੱਟਿਆ। ਸ਼ੀ ਟਰਨ ਟੂਵਰਡਸ
ਮੈਲਕਮ। ਉਹਨੇ ਹੁਣ ਮੂੰਹ ਆਪਣਾ ਮੈਲਕਮ ਵੱਲ ਕਰ ਲਿਆ, ਅਰਥਾਤ ਬਾਰਬ ਨੂੰ ਛੱਡ ਕੇ ਮੈਲਕਮ ਵਾਲੇ ਪਾਸੇ ਆ ਗਿਆ। ਐਂਡ ਅਸੌਲਟਡ, ਅਤੇ ਹਮਲਾ ਕੀਤਾ। ਐਂਡ ਇੰਜਰਡ ਹਿਮ ਸੀਵੀਅਰਲੀ, ਅਤੇ ਉਹਨੂੰ ਬੜੀ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਲੈਸਨ ਦੇ 7 ਲੌਂਗ ਆਨਸਰ ਟਾਈਪ ਕੁਐਸਚਨਸ। ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।